अस्सलामुअलैकुम। उम्मीद करते हैं कि सारे ठीक होंगे। तो अज व्लॉग शुरू करते हैं। तो अज सुबह सुबह बकरियां दे विच ते बकरियां सुबह सुबह आके ना लागे खलोनियां। यह जिहड़ियां बकरियां ने ना सारियां एक तो है हामला ने ते एक पिछों जोर मारी जान दी है। कुछ साइडां ते खड़ियां वा। यह बकरी जिहड़ी है साडी देसी बकरी है। तो अज दे जिहड़े कम ने ना सब तो पहले तो वो असीं यह बकरी दे ना हैगी गिल्टी ऐ कड्डांगे। एक बकरी होर आ वो बड़ी वड्डी गिल्टी वो भी कड्ढनी है। वो खड़ी है सामने तो दिखा ऐ खड़ी है बकरी। ये कंन दे थल्ले ना बहुत वड्डी गिल्टी है, बहुत वड्डी गिल्टी है। ये भी कड्ढनी है। दो तीन बकरियां ने जिन्हां दे गिल्टियां ने वो कड्ढनियां ने अज तक सब तो पहले। बाकी जिहड़े काम नाल नाल होंदे रहने ने। बाकी हले तक बकरियां सारियां बाहर ने। तो बाहर इस वजह तो ने कि मुंडिया ने ना अंदर सफाई की है। सफाई करके तो हुण मुंडे पाते पे ने लूसन। एक तो इस नंबर खाने च पै गया, 2 नंबर खाने दे विच ते 3 नंबर खाने दे विच। तो हुण उस पासे जिहड़ा 6 नंबर खाने दे विच छोटे बच्चे ने उन्होंने लूसन पा रहे हैं। तो बकरियां जिहड़ियां जिन्हां दे विच मैं खड़ा एह वालियां ते नाल वाले खाने वालियां बकरियां है ने प्रैगनेंट। तकरीबन उम्मीद इस दफ़ा है कि असीं ना तकरीबन कोई 60 दे राउंड अबाउट जिहड़े बच्चे ने इस दफ़ा साडे फार्म दे विच इजाफी आ जाणगे। तो उन्हां दे विच जिहड़ा ना अगे ब्रीड नूं सिलैक्ट करांगे। जिहड़े रखण वाले ओह रख लांगे, नहीं तो जिहड़े असीं सेल करन वाले ओह सेल कर दांगे। यह बकरी किसी नूं लागे नहीं आण दिंदी, जिहड़ी लागे आउंदी उहनूं मारदी शहजादी। मगर यह जिहड़ी शहजादी है खाली है। ਇਹਦਾ ਥਾਣਾ ਬਹਾਨੇ ਤੋਂ ਇੰਝ ਲੱਗਦਾ ਕਿ ਜਿਵੇਂ ਨਾ ਗੱਭਣ। ਤੇ ਮਗਰ ਇਹਦਾ ਅਸੀਂ ਅਲਟਰਾਸਾਊਂਡ ਕਰਵਾਇਆ ਸੀਗਾ ਤੇ ਅਲਟਰਾਸਾਊਂਡ ਦੇ ਵਿੱਚ ਆਈ ਆ ਖਾਲੀ। ਤੇ ਹੈ ਵੀ ਲਾਡੀ ਬੜੀ ਹੈ ਇਹ। ਬਾਕੀ ਜਿਹੜਾ ਨਾ ਬੱਕਰੀ ਸਾਡੀ ਇੱਕ ਖੜੀ ਹੈ, ਇਹ ਜਿਹੜੀ ਪਿੱਛੇ ਖੜੀ ਹੈ, ਇਹਨੂੰ 2-3 ਦਫਾ ਲੂਜ਼ ਮੋਸ਼ਨ ਲੱਗ ਚੁੱਕੇ ਆ। ਕੱਲ੍ਹ ਵੀ ਕਾਫੀ ਜ਼ਿਆਦਾ ਲੱਗੇ ਹੋਏ ਸੀ। ਮਗਰ ਹੁਣ ਮੈਂ ਦੇਖਿਆ ਵਾ ਤਾਂ ਹੁਣ ਜਿਹੜਾ ਨਾ ਮਿੰਗਣਾ ਨੇ ਕੀਤੀਆਂ ਹੋਈਆਂ ਤੇ ਹਲੇ ਵੀ ਜੁੜੀਆਂ ਹੋਈਆਂ ਮਿੰਗਣਾ ਕੀਤੀਆਂ। ਕੱਲ੍ਹ ਤਾਂ ਬਿਲਕੁਲ ਇਹਨੇ ਨਾ ਜਿਸ ਤਰ੍ਹਾਂ ਗਾਏ ਗੋਬਰ ਕਰਤੀ ਉਂਝ ਕਰਦੀ। ਤੇ ਅੱਜ ਬਹੁਤ ਬਿਹਤਰ ਉਮੀਦ ਕਰ ਕਿ ਸ਼ਾਮ ਤੱਕ ਜਿਹੜਾ ਨਾ ਇਹ ਮਿੰਗਣਾ ਜਿਹੜੀ ਜਿਸ ਤਰ੍ਹਾਂ ਸਿੰਗਲ ਹੁੰਦੀ ਹੈ ਇਹ ਤੁਸੀਂ ਦੇਖਦੇ ਹੋ ਇੰਝ ਮਿੰਗਣਾ ਜਿਹੜੀਆਂ ਨਾ ਸ਼ਾਮ ਨੂੰ ਕਰੂਗੀ। ਹੁਣ ਜਿਹੜੀਆਂ ਨੇ ਮਿੰਗਣਾ ਕੀਤੀਆਂ ਨੇ ਨਾ ਉਹ ਕੀਤੀਆਂ ਨੇ ਆਹ ਇਹ ਕਰ ਉਮੀਦ ਆ ਕਿ ਸ਼ਾਮ ਤੱਕ ਜਿਹੜਾ ਨਾ ਠੀਕ ਹੋ ਜਾਏਗੀ। ਦੂਸਰੇ ਖਾਨੇ ਦੇ ਵਿੱਚ ਇੱਕ ਬੱਕਰੀ ਨੂੰ ਸਿਮਨ ਕੀਤਾ ਸੀਗਾ। ਉਹ ਪਹਿਲੇ ਉਹਨੂੰ ਬਲੱਡ ਪੈਰਾਸਾਈਟ ਦਾ ਮਸਲਾ ਆਇਆ। ਬਲੱਡ ਪੈਰਾਸਾਈਟ ਦੇ ਮਸਲੇ ਦੇ ਵਿੱਚ ਉਹ ਇੰਨਾ ਕੁ ਬਿਮਾਰ ਹੋ ਗਈ ਸੀਗੀ ਕਿ ਉਮੀਦ ਨਹੀਂ ਸੀ ਕਿ ਬਚੇਗੀ। ਮਗਰ ਉਹਦਾ ਟ੍ਰੀਟਮੈਂਟ ਕੀਤਾ ਅਤੇ ਉਹ ਅੱਲਾ ਦਾ ਸ਼ੁਕਰ ਹੈ ਕਿ ਉਹ ਠੀਕ ਹੋ ਗਈ। ਅਤੇ ਉਸ ਦੇ ਵਿੱਚ ਸਾਨੂੰ ਇੱਕ ਚੀਜ਼ ਦਾ ਅੰਦਾਜ਼ਾ ਹੋ ਗਿਆ ਕਿ ਜਿਹੜੀ ਐਸ ਨਸਲ ਹੈ ਨਾ, ਯਾਨੀ ਕਿ ਰੈੱਡ ਕਲਰ ਦੇ ਵਿੱਚ ਬਹੁਤੀਆਂ ਬੱਕਰੀਆਂ ਜਿਹੜੀਆਂ ਹੁੰਦੀਆਂ ਨਾਗਰੀ ਜਿਹਨੂੰ ਕਹਿੰਦੇ ਨੇ, ਇਹ ਕਲਰ ਹੋ ਗਿਆ ਜਾਂ ਫਿਰ ਆਹ ਕਲਰ ਹੋ ਗਿਆ, ਇਹਦੇ ਵਿੱਚ ਬੱਕਰੀਆਂ ਦੀ ਮੋਰਟੈਲਿਟੀ, ਇਹਨਾਂ ਦੀ ਇਮਿਊਨਿਟੀ ਜ਼ਿਆਦਾ ਇਮਿਊਨਿਟੀ ਘੱਟ ਆ, ਮੋਰਟੈਲਿਟੀ ਇਹਨਾਂ ਦੀ ਜ਼ਿਆਦਾ ਵਾ। ਅਗਰ ਇਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਆਉਂਦੀ ਹੈ ਅਤੇ ਇਹ ਜਿਹੜਾ ਨਾ ਬਹੁਤ ਜਲਦੀ ਜਿਹੜਾ ਨਾ ਦਿਲ ਛੱਡ ਜਾਂਦੀਆਂ ਵਾ। ਅਤੇ ਜਿਹੜੀਆਂ ਕਾਲੀਆਂ ਡੱਬੀਆਂ ਹੁੰਦੀਆਂ ਅੰਮ੍ਰਿਤਸਰੀ ਬੀਤਲ ਜਾਂ ਬਿਲਕੁਲ ਬਲੈਕ ਜਿਹੜੀ ਹੁੰਦੀ ਹੈ ਬੀਤਲ ਬੱਕਰੀ, ਉਹਨਾਂ ਦੀ ਇਮਿਊਨਿਟੀ ਇਹਨਾਂ ਤੋਂ ਬਹੁਤ ਜ਼ਿਆਦਾ ਵਾ। ਯਾਨੀ ਕਿ ਉਹਨਾਂ ਨੂੰ ਬਿਮਾਰੀ ਆਉਂਦੀ ਹੈ ਉਹ ਬਰਦਾਸ਼ਤ ਵੀ ਕਰ ਲੈਂਦੀਆਂ ਔਰ ਰਿਕਵਰ ਵੀ ਹੋ ਜਾਂਦੀਆਂ। ਮਗਰ ਜਿਹੜੀਆਂ ਬੱਕਰੀਆਂ ਨੇ ਲਾਲ ਕਲਰ ਦੇ ਵਿੱਚ, ਇਹਨਾਂ ਦੀ ਇਮਿਊਨਿਟੀ ਜਿਹੜਾ ਨਾ ਬਹੁਤ ਲੋ ਆ। ਅਗਰ ਦੂਸਰੀ ਤਰਫ ਦੇਖਿਆ ਜਾਵੇ ਨਾ ਤਾਂ ਇਹ ਬੱਕਰੀ ਬੀਤਲ ਦੀ ਖੜੀ ਹੈ, ਇਹਦੀ ਵੀ ਇਮਿਊਨਿਟੀ ਬਹੁਤ ਬਿਹਤਰ ਆ, ਬਹੁਤ ਬਿਹਤਰ ਆ। ਇਸ ਬੱਕਰੀ ਨੂੰ ਲੂਜ਼ ਮੋਸ਼ਨ ਲੱਗੇ ਹੋਏ ਸੀ ਅਤੇ ਬਿਲਕੁਲ ਜਿਸ ਤਰ੍ਹਾਂ ਜਾਨਵਰ ਨੂੰ ਛੁਰੀ ਫੇਰੀ ਦੀ ਇੰਝ ਬੈਠਾ ਸੀਗਾ, ਲੇਟ ਗਿਆ ਸੀਗਾ। ਮਗਰ ਇਹਦਾ ਟ੍ਰੀਟਮੈਂਟ ਕੀਤਾ ਇਹ ਆ ਕਿ 6 ਤੋਂ 7 ਘੰਟੇ ਦੇ ਵਿੱਚ ਇਹਨਾਂ ਨਹੀਂ 10 ਵਜੇ ਟ੍ਰੀਟਮੈਂਟ ਕੀਤਾ ਸੀ, 2 ਵਜੇ ਬਿਲਕੁਲ ਠੀਕ ਸੀ, 4 ਘੰਟੇ ਦੇ ਵਿੱਚ ਜਿਹੜਾ ਨਾ ਬਿਲਕੁਲ ਠੀਕ ਸੀਗੀ। ਕਿਉਂਕਿ 1:30 ਵਜੇ ਨਮਾਜ਼ ਪੜ੍ਹ ਕੇ ਨਾ ਅਤੇ ਇਹਦਾ ਕੀਤਾ ਸੀਗਾ। ਅਤੇ ਦੂਸਰਾ ਨਾ ਨਮਾਜ਼ ਪੜ੍ਹ ਕੇ ਚੈੱਕ ਕੀਤੀ ਸੀ ਅਤੇ ਖਾਣ ਪੀਣ ਲੱਗ ਗਏ ਸੀ। ਟ੍ਰੀਟਮੈਂਟ ਅਸੀਂ ਇਹਦਾ 9:30 ਜਾਂ 10 ਵਜੇ ਕੀਤਾ ਸੀਗਾ। ਮਗਰ ਇਮਿਊਨਿਟੀ ਇਹਨਾਂ ਦੀ ਨਿਸਬਤ ਬਹੁਤ ਬਿਹਤਰ ਆ। ਕਿਉਂਕਿ ਉਹਦੇ ਜਿਹੜੇ ਕਹਿ ਲਓ ਕਿ ਜੈਨੇਟਿਕਸ ਨੇ ਉਹਨਾਂ ਦੇ ਵਿੱਚ ਚੇਂਜਿੰਗ ਆ ਜਾਂ ਫਿਰ ਕੋਈ ਹੋਰ ਮਸਲਾ, ਇਹਦੇ ਵਿੱਚ ਨਾ ਚੇਂਜ ਹੈ ਵਾ ਨਸਲ ਦਾ। ਮਗਰ ਇਮਿਊਨਿਟੀ ਵਾਈਜ਼ ਬਹੁਤ ਬਿਹਤਰ ਆ। ਅਤੇ ਜਿਹੜੀਆਂ ਨਾਗਰੀਆਂ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ। ਇਹ ਵਾਲੀ ਬੱਕਰੀ ਹੈ ਜੀ ਜਿਹਨੂੰ ਬਲੱਡ ਪੈਰਾਸਾਈਟ ਦਾ ਮਸਲਾ ਬਣਿਆ ਸੀਗਾ। ਅਤੇ ਇਹ ਦੇਖ ਲਓ ਬਿਲਕੁਲ ਠੀਕ ਰਿਕਵਰ। ਅਤੇ ਇਹ ਹੁਣ ਜਿਹੜਾ ਨਾ ਇਹਨੂੰ ਸੀਮਨ ਵੀ ਹੋਇਆ। ਅਤੇ
ਤੇ ਉਮੀਦ ਆ ਕਿ ਅਲਟਰਾਸਾਊਂਡ ਦੇ ਵਿੱਚ ਵੀ ਨਾ ਕੁਛ ਦਿਨ ਦੀ ਸ਼ੋਅ ਹੋ ਰਹੀ ਸੀਗੀ, ਮਗਰ ਉਹਨਾਂ ਨੇ ਕਿਹਾ ਸੀਗਾ ਕਿ ਦੁਬਾਰਾ ਇੱਕ ਦਫਾ ਨਾ ਇਹਨੂੰ ਚੈੱਕ ਕਰਾਂਗੇ, ਕਿਉਂਕਿ ਇਹਨੂੰ ਤਕਰੀਬਨ ਕੋਈ 20-25 ਦਿਨ ਹੋਏ ਸੀ ਜਿਸ ਦਿਨ ਅਸੀਂ ਅਲਟਰਾਸਾਊਂਡ ਕਰਵਾਇਆ ਸੀਗਾ। ਤੇ ਇਹ ਬੱਕਰੀਆਂ ਜਿਹੜੀਆਂ ਮਾਸ਼ਾਅੱਲਾ ਜ਼ਿਆਦਾ ਗੱਭਣ ਨੇ, ਇਹਦੇ ਵਿੱਚ 1-2 ਖਾਲੀ ਨੇ। ਇਹਨਾਂ 15 ਜਾਨਵਰਾਂ ਦੇ ਵਿੱਚ ਜਿਹੜਾ ਨਾ 15 ਜਾਨਵਰਾਂ ਦੇ ਵਿੱਚ 1-2 ਬੱਕਰੀਆਂ ਜਿਹੜੀਆਂ ਨਾ ਖਾਲੀ ਨੇ। ਇਸ ਬੱਕਰੀ ਨੂੰ ਦੇਖਦੇ ਹਾਂ ਕੀ ਹੋਇਆ, ਲੂਸਣ ਪੈ ਗਿਆ ਮਗਰ ਇਹ ਨਹੀਂ ਉੱਠੀ। ਮੈਡਮ ਸਾਹਿਬ ਕੀ ਹੋਇਆ ਹੈ? ਸਕੂਨ ਨਾਲ ਬੈਠੀ ਹੋਈ ਹੈ, ਸਕੂਨ ਨਾਲ ਜਾਊਗੀ। ਚਲਾ ਚਲਾ ਚਲੀਏ ਅੰਦਰ, ਆ ਜਾ ਆ ਜਾ। ਜਾਨਵਰ ਜਿਹੜਾ ਬੈਠਾ ਹੁੰਦਾ ਨਾ ਸਕੂਨ ਦੇ ਨਾਲ, ਉਹਨੂੰ ਨਾ ਛੇੜੋ ਤੇ ਉਹ ਆਪਣੀ ਮਰਜ਼ੀ ਨਾਲ, ਕਿਉਂਕਿ ਹਾਮਲਾ ਜਾਨਵਰ ਜਿਹੜੇ ਨੇ ਨਾ ਉਹਨਾਂ ਨੂੰ ਬਿਲਕੁਲ ਨਾ ਛੇੜੋ। ਕੰਨ ਤੋਂ ਫੜ ਕੇ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਵੀ ਨਾ ਕਰੋ। ਇਹ ਹੁਣ ਜਾਨਵਰ ਨੇ ਬਾਹਰ ਹੀ ਬੈਠਿਆ ਰਹਿਣਾ ਵਾ ਤੇ ਖੁਦ ਬ ਖੁਦ ਉੱਠ ਕੇ ਜਾਊਗਾ ਤੇ ਖਾਊਗਾ, ਕਿਉਂਕਿ ਕੁਛ ਜਾਨਵਰ ਜਿਹੜੇ ਨੇ ਨਾ ਉਹ ਰੈਸਟ ਕਰਦੇ, ਜਿੱਦਾਂ ਇਨਸਾਨ ਥੱਕ ਜਾਂਦਾ ਰੈਸਟ ਕਰਦਾ, ਜਾਂ ਫਿਰ ਉਹਦੇ ਵਿੱਚ ਉਹਦਾ ਜਿਸਮ ਸਾਥ ਨਹੀਂ ਦੇ ਰਿਹਾ ਹੁੰਦਾ, ਉਹਦੇ ਵਿੱਚ ਜਿਹੜਾ ਨਾ ਅਸੀਂ ਧੱਕਾਸ਼ਾਹੀ ਕਰਦੇ ਹਾਂ ਕਿ ਕੋਈ ਨਾ ਕੋਈ ਕੰਮ ਕਰਕੇ ਤੋਂ ਬਾਅਦ ਡਿੱਗ ਜਾਂਦੇ ਆ, ਬੁਖਾਰ ਹੋ ਜਾਂਦਾ, ਜਾਂ ਫਿਰ ਪੇਨ ਸਵੇਅਰਨੈਸ ਜਿਹੜੀ ਨਾ ਵੱਧ ਜਾਂਦੀ ਹੈ। ਉਸ ਦੇ ਵਿੱਚ ਜਿਹੜਾ ਨਾ ਜਾਨਵਰਾਂ ਨੂੰ ਵੀ ਤੁਸੀਂ ਜਿਸਲੇ ਜਾਨਵਰ ਬੈਠੇ ਹੁੰਦੇ ਨੇ ਉਹਨਾਂ ਨੂੰ ਬੈਠੇ ਰਹਿਣ ਦਿਓ। ਅਗਰ ਤੁਸੀਂ ਦੇਖਦੇ ਹੋ ਨਾ ਕਿ ਜਾਨਵਰ ਕਾਫੀ ਜ਼ਿਆਦਾ ਟਾਈਮ ਹੋ ਗਿਆ ਤੇ ਬੈਠਾ ਹੀ ਆ, ਤੇ ਮਗਰ ਕੋਈ ਕੰਮ ਜਿਹੜਾ ਨਾ ਉਹ ਨਾ ਜੁਗਾਲੀ ਕਰ ਰਿਹਾ ਨਾ ਖਾ ਪੀ ਰਿਹਾ, ਫਿਰ ਉਹਦਾ ਜਿਹੜਾ ਨਾ ਉਹਨੂੰ ਚੈੱਕਅਪ ਕਰੋ, ਉਹਦਾ ਫਿਰ ਟ੍ਰੀਟਮੈਂਟ ਕਰੋ। ਇਹ ਜਾਨਵਰ ਬਿਲਕੁਲ ਐਕਟਿਵ ਆ, ਹੁਣ ਆਪਣੇ ਆਪ ਹੀ ਉੱਠ ਹੋਇਆ ਤੇ ਇੱਕ ਇਹ ਹੈ ਵੀ ਹਾਮਲਾ ਵਾ ਤੇ ਆਪਣੇ ਆਪ ਹੀ ਇਹਨੇ ਉੱਠ ਕੇ ਟੁਰ ਜਾਣਾ ਹੁਣ ਅੰਦਰ। ਤੇ ਜਾਨਵਰ ਜਿਹੜੇ ਹਾਮਲਾ ਹੁੰਦੇ ਨੇ ਨਾ, ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਧੱਕਾਸ਼ਾਹੀ ਨਾ ਕਰੋ, ਯਾਨੀ ਕਿ ਉਹਨਾਂ ਨੂੰ ਜ਼ਬਰਦਸਤੀ ਉਠਾ ਕੇ ਤੇ ਅੰਦਰ ਨਾ ਲੈ ਕੇ ਜਾਓ। ਜਿੱਥੇ ਬੈਠੇ ਨੇ ਸਕੂਨ ਨਾਲ ਬੈਠੇ ਰਹਿਣ ਦਿਓ, ਆਪ ਹੀ ਆ ਜਾਣਾ ਇਹਨੇ ਵੀ। ਹੁਣ ਆ ਜਾ, ਇਹਨੂੰ ਅੱਜ ਦੇਵਾਂਗੇ ਅਸੀਂ ਜੀ ਐਨਰਜੀ ਸੋਰਸ ਦੇਵਾਂਗੇ, ਕਿਉਂਕਿ ਇਹ ਜਾਨਵਰ ਹਾਮਲਾ ਵੀ ਹੈ ਤੇ ਉੱਠਣ ਦੇ ਵਿੱਚ ਜਿਹੜਾ ਨਾ ਇਹਨੂੰ ਮੁਸ਼ਕਿਲ ਹੋ ਰਹੀ ਆ, ਤੇ ਇਹਦੇ ਵਿੱਚ ਅਸੀਂ ਇਹਨੂੰ ਐਨਰਜੀ ਸੋਰਸ ਦੇਵਾਂਗੇ ਤਾਂ ਕਿ ਇਹਦੀ ਇਮਿਊਨਿਟੀ ਜਿਹੜੀ ਨਾ ਉਹ ਬਹਾਲ ਹੋਵੇ, ਐਨਰਜੀ ਜਾਵੇ ਤੇ ਜਾਨਵਰ ਦੀ ਤਾਕਤ ਜਿਹੜੀ ਨਾ ਉਹ ਪੂਰੀ ਹੋਵੇ। ਇਹਦੇ ਵੀ ਲੱਗਦਾ, ਮੈਨੂੰ ਲੱਗਦਾ ਕੰਨ ਦੇ ਥੱਲੇ ਗਿਲਟੀ ਹੈ, ਮਗਰ ਇਹਦੀ ਕੱਢਣ ਵਾਲੀ ਕੋਈ ਨਹੀਂ ਹਲੇ ਸਖਤ ਆ। ਇੰਨਾ ਗੁੱਸਾ ਚੰਗਾ ਨਹੀਂ ਯਾਰ ਡਾਕਟਰ ਸਾਹਿਬ 3 ਘੰਟੇ ਸੌਣਾ ਹੁੰਦਾ, ਉਹ ਵੀ ਨਾ ਬੰਦਾ ਸਹੀ ਤਰ੍ਹਾਂ ਸੋਵੇ। ਨਹੀਂ, ਤੁਹਾਨੂੰ ਮੈਂ ਜਦ ਆਖਿਆ ਸੀਗਾ ਪਰਸੋਂ ਕਿ ਤੁਸੀਂ ਅੰਦਰੋਂ ਕੁੰਡੀ ਲਾ ਲਓ, ਲਾਗ ਲਾ ਲਓ। ਯਾਰ ਮੈਂ ਕਹਿੰਦਾ 100 ਲੜਕਿਆਂ ਨੇ ਮੋਬਾਈਲ ਲਾਏ ਹੁੰਦੇ ਨੇ, ਚਲੋ ਆਪਣਾ ਮੋਬਾਈਲ ਕੋਈ ਮਸਲਾ ਨਹੀਂ, ਸਕੂਨ ਨਾਲ ਸੁੱਤੇ ਰਹੋ। ਚਲੋ ਕੱਲ ਤੋਂ ਹਾਂਜੀ ਮੈਂ ਕਰਾਂਗਾ, ਕੱਲ ਤੋਂ ਨਹੀਂ ਅੱਜ ਤੋਂ ਹੀ। ਅੰਦਰੋਂ ਲਾਕ ਲਾਓ, ਚਾਬੀਆਂ ਅੰਦਰ ਹੀ ਪਈਆਂ ਵਾ ਸਾਰਿਆਂ ਦੀਆਂ, ਆਪੇ ਸਕੂਨ ਦੇ ਨਾਲ ਲੱਗੇ ਰਹਿਣਗੇ। ਲੋ ਜੀ, ਬਾਰਿਸ਼ ਹੋ ਗਈ ਹੈ ਸ਼ੁਰੂ ਤੇ ਬੱਤਖਾਂ ਜਿਹੜੀਆਂ ਵਾ ਉਹ ਵੀ ਇੰਜੋਏ ਕਰ ਰਹੀਆਂ, ਕੁਛ ਇੱਧਰ ਨੇ ਕੁਛ ਉੱਧਰ ਨੇ, ਸਾਰਿਆਂ ਵਾੜਿਆਂ ਦੇ ਵਿੱਚ ਜਿੱਥੇ ਜਿੱਥੇ ਦਾ ਲੱਗਾ ਵਾ ਉੱਥੇ ਤੇ ਪਹੁੰਚੀਆਂ ਹੋਈਆਂ, ਕੁਛ ਆ ਖੜੀਆਂ ਵਾ ਘਾਹ ਤੇ ਆ ਕੇ। ਤੇ ਮੌਸਮ ਇੱਕ ਵਾਰੀ ਖੁਸ਼ਗਵਾਰ ਹੋ ਗਿਆ ਤੇ ਬਾਕੀ ਹੀਰਾ ਸਾਹਿਬ ਨੂੰ ਅੱਜ ਨਾਸ਼ਤਾ ਕਰਦਿਆਂ ਹਾਲ ਦਿੱਤਾ ਤਾਂ ਉਹ ਵੀ ਬੜੇ ਗੁੱਸੇ ਦੇ ਵਿੱਚ ਫਿਰ ਰਹੇ ਅੱਜ ਆ ਕੇ, ਉਹ ਜਾਂਦੇ ਪਏ ਨੇ। ਲਓ ਜੀ, ਪਰਨਾਲੇ ਵੀ ਚੱਲ ਗਏ ਨੇ, ਕਿਉਂਕਿ ਸ਼ੈੱਡ ਦਾ ਜਿਹੜਾ ਪਾਣੀ ਸਾਰਾ ਨਾ ਉਹ ਸਾਈਡਾਂ ਤੇ ਆ ਕੇ ਡਿੱਗਣਾ ਤੇ ਬਾਰਿਸ਼ ਇੰਨੀ ਨਹੀਂ ਕਿ ਜਿੰਨਾ ਪਰਨਾਲਿਆਂ ਦਾ ਪਾਣੀ ਆ ਰਿਹਾ, ਯਾਨੀ ਕਿ ਇਹਦਾ ਇਕੱਠਾ ਹੋ ਕੇ ਨਾ ਸਾਰਾ ਪਾਣੀ ਉੱਤੇ ਜਜ਼ਬ ਨਹੀਂ ਹੁੰਦਾ, ਬਹੁਤ ਜਲਦੀ ਜਿਹੜਾ ਨਾ ਪਾਣੀ ਥੱਲੇ ਨੂੰ ਆ ਜਾਂਦਾ। ਹੁਣ ਹੋਈ ਆ ਬਾਰਿਸ਼ ਸਹੀ ਸ਼ੁਰੂ। ਬੱਕਰੀ ਜਿਹੜੀ ਸਾਡੀ ਬਿਮਾਰ ਸੀ ਨਾ ਬਹੁਤ ਜ਼ਿਆਦਾ, ਉਹ ਹੁਣ ਨਾ ਉਹਨੇ ਖਾਣਾ ਪੀਣਾ ਸ਼ੁਰੂ ਕਰ ਦਿੱਤਾ ਕੁਛ, ਉਹ ਖਾਲਾ ਤੇ ਅੱਗੇ ਨਾਲੋਂ ਬਿਹਤਰ ਵੀ ਆ, ਐਕਟਿਵ ਵੀ ਆ ਤੇ ਯੂਰਨ ਦਾ ਕਲਰ ਜਿਹੜਾ ਵਾ ਨਾ ਉਹ ਵੀ ਠੀਕ ਆ, ਨਾ ਵਾਈਟ ਆ ਨਾ ਯੈਲੋ ਆ, ਨੋਰਮਲ ਕਲਰ ਆ ਯੂਰਨ ਦਾ ਇਹਦਾ। ਤੇ ਖਾਣ ਪੀਣ ਦੇ ਵਿੱਚ ਵੀ ਬਿਹਤਰੀ ਆ ਗਈ ਹੈ। ਇਹਨੂੰ ਜਿਹੜਾ ਨਾ ਅਸੀਂ ਰੋਜ਼ਾਨਾ ਫੂਗਾ ਪ੍ਰੋ ਵੀ ਦੇ ਰਹੇ ਹਾਂ, ਇਹਨੂੰ ਵਾਈਟਾਮਿਨ ਮਿਨਰਲਸ ਵੀ ਦੇ ਰਹੇ ਹਾਂ, ਇਸ ਤੋਂ ਇਲਾਵਾ ਇਹਨੂੰ ਇੰਜੈਕਸ਼ਨ ਵੀ ਲੱਗ ਰਿਹਾ ਇੱਕ, ਤੇ ਅੱਲਾ ਖੈਰ ਕਰੇ ਰਿਕਵਰ ਹੋ ਜਾਵੇ, ਕਿਉਂਕਿ ਇਹਦਾ ਬੱਚਾ ਜਿਹੜਾ ਨਾ
ਇਹ ਬੱਕਰੀ ਬੜੀ ਕਮਾਲ ਦੀ ਹੈ। 4 ਕਿਲੋ ਦੁੱਧ ਤੁਸੀਂ ਲਾ ਲਓ ਕਿ 4800 रुपये का दुध अगर 1200 रुपये सेल करिए 4800 रुपये का दुध 4 लीटर दुध 1 लीटर अद्धा किलो अमूमन बच्चे पींदे ने अद्धा किलो कढ़ के तो बाकी देख लो कापड़ दे विच किद्दां जाना है। तुम जो आए हो मेरी दुनिया में अब किसी का भी इंतजार नहीं। खानदानी मरासी हो दौड़ 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 बकरियां नूं वंडा पै गया ते बकरियां हुण खा रही हैं। बकरी जिहड़ी ना थोड़ी बहुत डरदी है ये नहीं परले पासे चले गई वो ते 6 बकरियां हैं ने प्रैगनेंट 14-15 मुस्तफा बड़िया उत्थे ने उस सोगला खाने दे विच 14-15 ने तकरीबन कोई ना 36-37 बकरियां जिहड़ियां ने इस दफा प्रैगनेंट ने। और उम्मीद करांगे उम्मीद सानू है कि कोई 60 क बच्चे जिहड़े ने ना इस वारी पैदा होणगे फार्म ते बाहर लगी है बारिश ते मौसम होया सुहाना ते बहुत शानदार मौसम रहने वाला क्योंकि हब्बस जिहड़ा ना बहुत ज़्यादा सीगा। उम्मीद फिर भी यही है कि बारिश तो बाद हब्बस बहुत ज़्यादा हो जानी है। ਉਹ ਸਾਹਮਣੇ ਜਿਹੜੀ ਮੱਝ ਦੇ ਕੋਲ ਬਾਬਾ ਬੈਠਾ ਹੈ ਨਾ ਉਹ ਮੱਝ ਉਲਟ ਗਈ ਸੀਗੀ ਉਹਦੀ ਰੱਸੀ ਆਈ ਸੀਗੀ ਥੱਲੇ ਬੰਨੇ ਦੇ ਨਾਲ ਅੜ ਗਈ ਰੱਸੀ ਅੜ ਗਈ ਸੀਗੀ ਕਿ ਨਹੀਂ ਨਹੀਂ ਉਹ ਬੰਨਾ ਵਾਟਣਾ ਹੱਥ ਦੇ ਨਾਲ ਹੋ ਗਈ ਉਹ ਲਾਪੇ ਕਾ ਗਈ ਥੱਲੇ ਜਿਹਦੀ ਵਜ੍ਹਾ ਤੋਂ ਉੱਠ ਨਹੀਂ ਪਾਈ। ਲੱਗਦਾ ਇੰਝ ਹੀ ਸੀਗਾ ਜਿਵੇਂ ਗਈ ਗਾਂ ਨੂੰ ਉੱਤੋਂ ਮਾਰਦੀ ਰਹੀ ਲੱਗ ਹੈ ਉੱਤੋਂ ਮੈਨੂੰ ਮਾਰਦੀ ਰਹੀ ਲੱਗ ਦੂਸਰੀ ਮੱਝ ਮਾਰਦੀ ਰਹੀ ਹਾਂ ਮੈਂ ਖਾਲੀ ਮੰਨ ਅੱਜ ਤੇ ਤੋਂ ਹੀ ਸਾਬਤ ਕਰਾਣਾ ਕਿ ਤੂੰ ਬੱਕਰੀਆਂ ਯਾਰ ਸਲਮਾਨ क्यों साबित कराना मैं बाद च खावांगा पहले तुसीं कहो मैं तो प्लेट मंगावांगा या लै आवांगा ओहदे च पा के फिर खाने ने ए कुरली तुसीं खा ਤੇਰਾ ਸਾਹਿਬ ਹਾਂਜੀ ਇਹ ਗੱਲ ਬੇਇੱਜ਼ਤੀ ਵਾਲੀ ਨਹੀਂ ਚਲੋ ਅਸੀਂ ਤਾਂ ਗਾਂ ਦੇਣਾ ਤੇ ਇਹਦੇ ਵਾਸਤੇ ਬਚਣਗੇ ਤੇ ਖਾਏਗਾ ਨਾ ਜਿੰਨੇ ਕਿ ਜਾਨਵਰ ਇਕੱਠੇ ਹੋ ਰਹੇ ਨੇ ਜਿੰਨੇ ਕਿ ਜਾਨਵਰ ਹਾਲਾ ਭਾਈ ਹਾਲੇ ਤੇ ਇੱਕ ਜਾਨਵਰ ਤੱਕਦਾ ਪਈ ਇਹਦਾ ਇਹ ਦੇਖ ਲਓ ਜੀ की ਸਮੋਸੇ ਵੀ ਲੈ ਲੈ ਤੇ ਪੈਸੇ ਵੀ ਲੈ ਲੈ ਡਬਲ ਜ਼ਿਆਦਤੀ ਹੈ। इन्होंने धोखा किया 200 रुपया कह के ਕਰਨੇ ਤੇ ਇਹਦੇ ਪੁੱਤਾਂ ਜੋ ਪਹਿਲਾਂ ਹੀ ਹੱਥ ਮਾਰਨ ਲੱਗ ਪਿਆ ਵਾਹ ਭਾਈ ਵਾਹ ਸਾਡੇ ਤੇ ਚੋਰਾਂ ਨਾਲ ਪੰਡ ਕਾਲੀ ਹਾਲੇ ਕਰਨਾ ਪਿਆ ਤੇ ਫਾਰਮ ਤੇ ਦਿੱਤਾ ਜਾ ਰਿਹਾ ਜੀ ਸੁਗਾ ਪ੍ਰੋ ਇੱਕ ਇਹ ਬੱਕਰੀਆਂ ਨੂੰ ਦਿੱਤਾ ਇਹ ਬੱਕਰੀ ਹਾਈ ਮਿਲਕਰ ਸੀਗੀ ਤੇ ਹੁਣ ਜਿਹੜਾ ਨਾ ਇਹਦਾ ਅਸੀਂ ਡਰਾਈ ਕਰ ਰਹੇ ਹਾਂ ਮਗਰ ਇਹਦਾ ਜਿਹੜਾ ਦੁੱਧ ਹੈ ਨਾ ਅਸੀਂ ਕੱਲ ਸਵੇਰ ਵੀ ਨਹੀਂ ਕੱਢਿਆ ਕੱਲ ਸ਼ਾਮੀ ਵੀ ਨਹੀਂ ਕੱਢਿਆ ਤੇ ਹੁਣ ਵੀ ਨਹੀਂ ਕੱਢਿਆ ਸ਼ਾਮ ਨੂੰ ਕੱਢਾਂਗੇ ਸ਼ਾਮ ਨੂੰ ਕੱਢ ਕੇ ਤੇ ਫਿਰ ਇੱਕ ਦਫਾ ਇਹਨੂੰ 3 ਚਵਾਈਆਂ ਦੀਆਂ ਮਿਸ ਕਰਾਂਗੇ ਤੇ ਫਿਰ ਇਹਨੂੰ ਅਸੀਂ ਨਾ ਡਰਾਈ ਟਿਊਬ ਚਾੜ ਦਾਂਗੇ ਤਾਂ ਕਿ ਡਰਾਈ ਹੋ ਜਾਵੇ। ਇਹਨੇ ਹੁਣ ਡਰਾਈ ਹੋਣਾ ਤੇ ਫਿਰ ਹੀ ਇਹਦਾ ਜਿਹੜਾ ਜਿਸਮ ਭਰਨਾ ਸ਼ੁਰੂ ਹੋਣਾ ਤੇ ਇਹ ਜਿਹੜੀ ਬੱਕਰੀ ਆ ਪ੍ਰੈਗਨੈਂਟ ਆ ਇਹਨੂੰ ਵੀ ਅਸੀਂ ਸੁਗਾ ਪ੍ਰੋ ਦਿੱਤਾ ਇਹਨੂੰ ਜਿਹੜਾ ਨਾ 30 ml ਜਿਹੜਾ ਨਾ ਸੁਗਾ ਪ੍ਰੋ ਦਿੱਤਾ ਤੇ ਉਸ ਤੋਂ ਬਾਅਦ ਇਹ ਵੀ ਮਿਲਕਿੰਗ ਵਾਲੀ ਬੱਕਰੀ ਆ ਗਈ ਹੈ ਇਹਨੂੰ ਤਕਰੀਬਨ 6-7 ਮਹੀਨੇ ਹੋ ਗਏ ਨੇ ਪਾਸਚਰੇਟ ਹੋਇਆ ਤੇ ਇਹਨੂੰ ਵੀ ਦੇ ਰਹੇ ਨੇ ਸੁਗਾ ਪ੍ਰੋ ਤਾਂ ਇਹ ਜਿਹੜਾ ਦੁੱਧ ਫਿਲਹਾਲ ਡੇਲੀ ਦਾ ਪ੍ਰੋਡਿਊਸ ਕਰ ਰਹੀ ਹੈ ਉਹ ਤਕਰੀਬਨ 3 ਲੀਟਰ ਹਲੇ ਵੀ ਕਰ ਰਹੀ ਹੈ ਪ੍ਰੋਡਿਊਸ। ਲੋ ਜੀ ਬੱਕਰੀ ਤੇ ਨਿਕਲਿਆ ਸੀਗਾ ਫੋੜਾ ਤੇ ਫੋੜਾ ਲੱਗਿਆ ਕੱਢਣ ਤੇ ਬਾਅਦ ਕਾ ਦੱਸਿਆ ਜਾਂਦਾ ਕਿ ਜਿਸਲੇ ਰੈਡਨੈਸ ਆ ਜਾਵੇ ਬਾਲ ਉਤਰਨਾ ਸ਼ੁਰੂ ਹੋ ਜਾਣ ਉਸ ਟਾਈਮ ਜਿਹੜਾ ਨਾ ਇਹ ਪੱਕ ਜਾਂਦਾ ਹੈ। ਹੁਣ ਇਹਦਾ ਦੇਖੋ ਕਿ ਇਹ ਸਾਹਮਣੇ ਬਾਲ ਵੀ ਉਤਰ ਗਏ ਨੇ ਤੇ ਪੱਕਿਆ ਹੋਇਆ ਰੈਡਨੈਸ ਵੀ ਆ ਗਈ ਹੈ। ਹੁਣ ਜਿਹੜਾ ਨਾ ਇਹਨੂੰ ਕੱਢ ਦਾਂਗੇ ਇਹਦੇ ਵਿੱਚ ਇਹਤਿਆਤ ਕਰਨੀ ਚਾਹੀਦੀ ਹੈ। ਇਹਤਿਆਤ ਇਹ ਹੈ ਕਿ ਜਾਨਵਰ ਦਾ ਕੰਨ ਦਾ ਮਸਲਾ ਵਾ ਦਿਮਾਗੀ ਮਸਲਾ ਵੀ ਨਾਲ ਹੀ ਤੇ ਉਹਦੇ ਵਿੱਚ ਜਿਹੜਾ ਨਾ ਟ੍ਰੀਟਮੈਂਟ ਜਿਹੜਾ ਨਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ। ਲੋ ਜੀ ਇਹ ਬੱਕਰੀ ਦਾ ਕੀਤਾ ਆਪਰੇਸ਼ਨ ਜਿਹੜਾ ਇਹਦਾ ਫੋੜਾ ਬਣਿਆ ਸੀਗਾ ਮੂੰਹ ਦੇ ਥੱਲੇ ਤੇ ਐਸ ਬੱਕਰੀ ਬਿਲਕੁਲ ਠੀਕ ਆ ਕੋਈ ਮਸਲਾ ਨਹੀਂ ਕੋਈ ਮਸਾਇਲ ਨਹੀਂ ਤੇ ਸਕੂਨ ਦੇ ਨਾਲ ਜਿਹੜਾ ਨਾ ਕਰ ਰਹੀ ਇਹਨੂੰ ਇੱਕ ਦਫਾ ਮੇਰਾ ਖਿਆਲ ਹੈ ਕਿ ਸ਼ਾਮ ਨੂੰ ਸਾਫ਼ ਕਰਨਾ ਪੈਣਾ ਉਸ ਤੋਂ ਬਾਅਦ ਬਿਲਕੁਲ ਠੀਕ ਹੋ ਜਾਏ। ਰੱਬੀ ਕੋ ਮਾਤੂ ਕਾ ਜ਼ਬਾਨ ਰਹਿਣੇ 131 ਆ ਯਾਰ ਠੀਕ ਹੈ ਸਿਗਟਾਂ ਨਹੀਂ ਪੀਣੀਆਂ। ਜ਼ਿੰਦਗੀ ਦਾ ਇੱਕ ਹੋਰ ਖੂਬਸੂਰਤ ਤਰੀਨ ਦਿਨ ਜਿਹੜਾ ਨਾ ਉਹ ਗੁਜ਼ਰ ਚੁੱਕਿਆ ਹੈ। इंशाल्लाह सुबह एक नए वीडियो के नाल अगर रहें जिंदा तो मिलेंगे। तो अज तक लिए इतना ही, दुआओं में याद रखियो। अल्लाह हाफिज़।